कृपा करो दीन के दाते, मेरा गुण अवगण न विचारो कोई। मट्टी का क्या तो पै स्वामी, मानस की गत ही। कोट पराध हमारे खंडो, अनेक विधि समझाओ। हम अज्ञान अल्प मत थोरी, तुम आपन विरद रखाओ। नसरो मंसूर गुरु गोबिंद सिंह, इज़ दी मंजूर गुरु गोबिंद सिंह। हक गंजूर गुरु गोबिंद सिंह, जुमला फैज़ नूर गुरु गोबिंद सिंह। हक हक आगा गुरु गोबिंद सिंह, शाहे शहनशाह गुरु गोबिंद सिंह। हक हक अंदेस गुरु गोबिंद सिंह, बादशाह दरवेश गुरु गोबिंद सिंह। बादशाह दरवेश गुरु गोबिंद सिंह। परम सन्मानी योग जुगो जुग टल चवर छत्र तख्त दे मालिक, दया सिंध कृपा निध गुरता गद्दी ते विराजमान सतगुरु। धन धन आद साहिब श्री गुरु ग्रंथ साहिब महाराज जी दी पावन पवित्र हजूरी अंदर बाला प्रीतम अष्टम बलवीरा दुख हरण सतगुरु अठवें पातशाह धन धन सतगुरु गुरु हरकृष्ण साहब महाराज सच्चे पातशाह जियां दे पावन पवित्र स्थान ते हाजरियां भर रहे सर्वत्र माई भाई बहुत वड्डियां भागां वाले हो, जिन्हां उत्ते सतगुरु सच्चे पातशाह जी ने
ਕਨੇਰੀ ਨਦਰ ਕਿਰਪਾ ਕਰਕੇ ਆਪਣੀ ਨਿੱਘੀ ਗੋਦ ਅੰਦਰ ਜੁੜ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸਤਿਗੁਰ ਜੀ ਦੇ ਇਸ ਪਾਵਨ ਪਵਿੱਤਰ ਸਥਾਨ ਤੇ ਲੜੀਵਾਰ ਚੱਲ ਰਹੀ ਪਾਵਨ ਗੁਰ ਸ਼ਬਦ ਵਿਚਾਰ ਦੇ ਤਹਿਤ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਸਵਈਆ, ਜਿਸ ਦਾ ਪਾਠ ਆਪ ਜੀਆਂ ਨੇ ਸਤਿਕਾਰਯੋਗ ਸਿੰਘ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਤੋਂ ਸਰਵਣ ਕੀਤਾ ਹੈ। ਆਓ ਸਾਧ ਸੰਗਤ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਆਪਾਂ ਜੁੜੀਏ। ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ, ਜੋ ਗੁਰੂ ਦਰਬਾਰ ਵਿੱਚ ਜੁੜ ਬੈਠੇ ਹੋ ਜਾਂ ਦੂਰ ਦਰੇਡੇ ਦੇਸ਼ ਵਿਦੇਸ਼ ਦੇ ਅੰਦਰ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਆਪੋ ਆਪਣੀ ਹਾਜ਼ਰੀ ਲਵਾ ਰਹੇ ਹੋ, ਮਨ ਚਿੱਤੇ ਇਕਾਗਰ ਕਰਕੇ ਹਾਜ਼ਰੀ ਲਾਓ, ਅਸੀਸ ਬਖਸ਼ੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ ਭੱਟ ਨਲ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਵਈਆ ਹੈ। 123 ਸਵਈਆਂ ਵਿੱਚੋਂ 60 ਸਵਈਏ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ ਹਨ। ਅੱਜ ਭੱਟ ਸਾਹਿਬਾਨ ਸਤਿਗੁਰ ਜੀ ਦੀ ਵਡਿਆਈ ਵਿੱਚ ਕਹਿੰਦੇ ਹਨ, ਹੇ ਗੁਰੂ ਰਾਮਦਾਸ ਮਹਾਰਾਜ, ਤੁਹਾਡੇ ਨਾਮ ਤੋਂ ਬਾਰ-ਬਾਰ ਬਲਿਹਾਰ ਜਾਈਏ, ਸਦਕੇ ਜਾਈਏ। ਮਹਾਰਾਜ ਕਿਹੜੀ ਉਪਮਾ ਤੁਹਾਡੀ ਕਰੀਏ, ਕਿਹੜੀ ਸੇਵਾ ਕਰੀਏ ਤੁਹਾਡੀ, ਕਿਸ ਚੀਜ਼ ਨਾਲ ਤੁਹਾਡੇ ਨਾਮ ਨੂੰ ਤਸ਼ਬੀਹ ਦਈਏ। ਹੇ ਸਤਿਗੁਰੂ, ਤੁਹਾਡੇ ਨਾਮ ਤੋਂ ਬਾਰ-ਬਾਰ ਬਲਿਹਾਰ ਬਲਿਹਾਰ ਸਦਕੇ। ਕਿਉਂ? ਅੱਗੇ ਫਿਰ ਇੱਕ ਸਵਈਆ ਆਏਗਾ ਜਿਹੜਾ ਥੋੜਾ ਕਾਫੀ ਅੱਗੇ ਜਾ ਕੇ ਆਉਣਾ, ਉਹਦੇ ਵਿੱਚ ਇਸ ਚੀਜ਼ ਦਾ ਉਲੇਖ ਕਰਨਗੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਤੋਂ ਕਿਉਂ ਬਲਿਹਾਰ ਜਾਣਾ। ਇੱਕ ਵਾਰ ਸਾਰੇ ਕਿਰਪਾ ਕਰਕੇ ਆਖੋ, ਧੰਨ ਸ਼੍ਰੀ ਗੁਰੂ ਰਾਮਦਾਸ ਜੀ, ਧੰਨ ਸ਼੍ਰੀ ਗੁਰੂ। ਕਿਉਂ ਬਲਿਹਾਰ ਜਾਣਾ? ਜੇ ਕੋਈ ਮਨ ਦੇ ਅੰਦਰ ਧਿਆਨ ਧਰ ਕੇ, ਜ਼ੁਬਾਨ ਤੋਂ ਨਹੀਂ, ਮਨ ਵਿੱਚ ਹੀ, ਕਿਉਂਕਿ ਕੁਝ ਚੀਜ਼ਾਂ ਜ਼ੁਬਾਨ ਤੇ ਨੇ, ਕੁਝ ਮਨ ਵਿੱਚ ਨੇ। ਬਹੁਤ ਕੁਝ ਹੈ ਜਿਹੜਾ ਆਪਾਂ ਜ਼ੁਬਾਨ ਤੋਂ ਬੋਲ ਨਹੀਂ ਰਹੇ, ਪਰ ਮਨ ਬਹੁਤ ਕੁਝ ਕਹਿ ਰਿਹਾ ਹੈ। ਔਰ ਇਹ ਜ਼ਰੂਰੀ ਨਹੀਂ ਕਿ ਸਾਰਾ ਕੁਝ ਜ਼ੁਬਾਨ ਤੋਂ ਬੋਲਿਆ ਹੀ ਫਲੀਭੂਤ ਹੋਵੇ। ਜੋ ਮਨ ਵਿੱਚ ਹੈ ਉਹ ਵੀ ਉੱਗ ਸਕਦਾ ਹੈ। ਪਹਿਲੋਂ ਦੇ ਜੜ ਅੰਦਰ ਜੰਮੇ, ਉੱਪਰ ਹੋਵੇ ਛਾਓ। ਕੁਝ ਬੂਟੇ ਐਸੇ ਨੇ ਜਿਨ੍ਹਾਂ ਦੀਆਂ ਜੜ੍ਹਾਂ ਪਹਿਲਾਂ ਧਰਤੀ ਵੱਲ ਜਾਂਦੀਆਂ ਨੇ, ਫਿਰ ਉੱਪਰ ਨੂੰ ਉੱਗਦੇ ਨੇ। ਹਜ਼ੂਰ ਨੇ ਵਚਨ ਕਹੇ, ਸਤਿਗੁਰ ਦੀ ਵਡਿਆਈ ਵਿੱਚ ਭੱਟ ਕਹਿੰਦੇ, ਦੁਨੀਆ ਦੇ ਲੋਕੋ, ਜੇ ਕੋਈ ਮਨ ਵਿੱਚ ਜਪਣ ਲੱਗ ਜਾਏ ਨਾ, ਮਨ ਵਿੱਚ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਕਹਿੰਦੇ ਉਹਦੇ ਮਨ ਵਿੱਚੋਂ ਭੈੜੀਆਂ ਵਿਚਾਰਾਂ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਬੁਰੇ ਫੁਰਨੇ ਮਿਟਣ ਲੱਗ ਪੈਂਦੇ ਨੇ। ਉਹਦਾ ਮਨ ਸੁੱਚਾ ਹੋਣ ਲੱਗ ਪੈਂਦਾ ਜੇ ਕੋਈ ਜਪ ਲੈ ਧੰਨ ਗੁਰੂ ਰਾਮਦਾਸ। ਜੇ ਕੋਈ ਜ਼ੁਬਾਨ ਤੋਂ ਫਿਰ ਸਿਮਰਨ ਕਰਨ ਲੱਗ ਜਾਏ, ਜ਼ੁਬਾਨ ਤੋਂ ਕਹਿਣ ਲੱਗ ਜਾਏ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਮਨ ਦੀ ਗੱਲ ਰਸਨਾ ਤੇ ਆ ਜਾਏ। ਕਹਿੰਦੇ ਜ਼ੁਬਾਨ ਕਰਕੇ, ਬਚਨਾਂ ਕਰਕੇ ਧੰਨ ਗੁਰੂ ਰਾਮਦਾਸ ਜਪਣ ਨਾਲ ਦੁੱਖ ਤੇ ਦਲਿੱਦਰ ਮਿਟ ਜਾਂਦੇ ਨੇ। ਇਹ ਸਤਿਗੁਰ ਦੀ ਬਾਣੀ ਦੇ ਬੋਲ ਨੇ। ਦੁੱਖ ਤੇ ਦਰਿੱਦਰ ਮਿਟ ਸਕਦੇ ਨੇ। ਭਾਈ ਜੇ ਕੋਈ ਕਰਮਾਂ ਵਿੱਚ ਹੀ ਗੁਰੂ ਰਾਮਦਾਸ ਮਹਾਰਾਜ ਨੂੰ ਵਸਾ ਲੈ, ਭਾਵ ਕਦੇ ਭੁੱਲੇ ਹੀ ਨਾ ਯਾਦ, ਉੱਠਦਿਆਂ ਬਹਿੰਦਿਆਂ ਕਿਰਤ ਕਰਮ ਕਰਦਿਆਂ ਉਹ ਅਭਾਰੀ ਰਵੇ ਭਾਵ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਵਿੱਚ,
ਕਹਿੰਦੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹ ਪਾਰਸ ਹਨ, ਅੱਜ ਦੇ ਸਵਈਏ 'ਚ ਵੀ ਆਉਣਾ, ਜਿਹਨੂੰ ਛੂਹ ਕੇ ਕੱਚ ਵੀ ਜਿਹੜਾ ਉਹ ਸੋਨਾ ਹੋ ਸਕਦਾ ਹੈ। ਭਾਵ ਉਹ ਲੋਹਾ ਜਿਹੜਾ ਮਨੂਰ ਹੈ ਉਹਦੀ ਕੀਮਤ ਪੈ ਸਕਦੀ ਹੈ, ਉਹ ਕੱਚ ਤੋਂ ਕੰਚਨ ਹੋ ਸਕਦਾ ਹੈ। ਉਹ ਬੇਕਾਰ ਲੱਕੜ ਜਿਸ ਦੀ ਕੋਈ ਕੀਮਤ ਨਹੀਂ, ਚੰਦਨ ਨਾਲ ਛੂਹ ਕੇ ਉਹ ਖੁਸ਼ਬੂਦਾਰ ਹੋ ਜਾਂਦੀ ਹੈ। ਏਦਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਕੋਈ ਪਰਸਦਾ ਰਵੇ, ਭਾਈ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਪਾਰਸ ਹੈ, ਉਹਦੇ ਨਾਲ ਛੂਹ ਕੇ ਜਿਹਦੀ ਕੋਈ ਕੀਮਤ ਨਹੀਂ ਉਹਦੀ ਵੀ ਕੀਮਤ ਪੈ ਜਾਂਦੀ ਹੈ। ਜਿਹਨੂੰ ਦੁਨੀਆ ਵਿੱਚ ਕੋਈ ਨਾ ਪੁੱਛਦਾ ਹੋਵੇ ਉਹਦੀ ਵੀ ਸੰਸਾਰ ਵਿੱਚ ਵਡਿਆਈ ਹੋ ਸਕਦੀ ਹੈ, ਕਿਉਂਕਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹ ਪਾਰਸ ਹਨ ਜਿਹਨੂੰ ਛੂਹ ਕੇ ਆਮ ਮਨੂਰ ਲੋਹਾ ਵੀ ਕੰਚਨ ਹੋ ਜਾਂਦਾ ਹੈ। ਸੋਈਆ ਮੈਂ ਤੁਹਾਨੂੰ ਸ਼ਰਵਣ ਕਰਵਾਵਾਂ, ਉਹਦੇ ਵਿੱਚ ਕਹਿੰਦੇ ਨੇ ਮਨਸਾ ਕਰ ਸਿਮਰੰਤ ਤੁਝੈ ਨਰ। हे ਗੁਰੂ ਰਾਮਦਾਸ, ਜੇ ਕੋਈ ਬੰਦਾ ਤੁਹਾਨੂੰ ਮਨ ਕਰਕੇ ਸਿਮਰ ਲੈ, ਮਨਸਾ ਕਰ ਸਿਮਰੰਤ ਤੁਝੈ ਨਰ, ਕਾਮ ਕ੍ਰੋਧ ਮਿਟਿਓ ਜੋ ਤਿਣ। ਵਾਚਾ ਕਰ ਸਿਮਰੰਤ ਤੁਝੈ ਤਿਨ ਦੁੱਖ ਦਰਿਦਰ ਮਿਟਿਓ ਜੋ ਖਿਣ। ਇੱਕ ਖਿਣ ਵਿੱਚ ਦੁੱਖ ਦਰਿਦਰ ਮਿਟ ਸਕਦੇ। ਕਰਮ ਕਰ ਤੋਏ ਦਰਸ ਪਰਸ ਪਾਰਸ ਸਾਰੇ, ਬਲ ਭਟ ਜਸ ਗਾਇਓ। श्री गुरु रामदास जयो जय जग में, तै हर परम पद पायो। गुरु रामदास महाराज जे कोई जपन लग जाए भाई रसना तो धन गुरु रामदास, ओदी कीमत वध सकती है। अज भट्ट साहबान कहते हों बल बल जाओ सतगुर साचे नाम पर। महाराज बलिहार जाइए तुहाडे सच्चे नाम तो, कुर्बान जाइए गुरु रामदास महाराज तुहाडे नाम तो। तुहाडी महाराज की उपमा की जा सकती है, किहड़ी चीज नाल तशबीह दी जा सकती है। भाई साहब भाई संतोख सिंह जी चूड़ामणी रचिता गुरप्रताप सूद ग्रंथ, एक सवैया उन्हें गुरु नानक साहब महाराज की वडियाई विच नानक प्रकाश विच लिखिया है। ਉਹਦੇ ਵਿੱਚ ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਡੇ ਚਰਨਾਂ ਦੀ ਕੀ ਕੋਈ ਉਪਮਾ ਕਰ ਸਕਦਾ ਹੈ? ਕਿਸੇ ਚੀਜ਼ ਨਾਲ ਤਸ਼ਬੀਹ ਦਿੱਤੀ ਜਾ ਸਕਦੀ ਹੈ ਵੀ ਤੁਸੀਂ ਇਸ ਤਰ੍ਹਾਂ ਦੇ ਹੋ? ਕਿਉਂਕਿ ਜਦੋਂ ਕਿਸੇ ਦੀ ਵਡਿਆਈ ਕਰਨੀ ਤਾਂ ਕਿਸੇ ਚੀਜ਼ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ, ਤੁਸੀਂ ਫਲਾਣੇ ਵਰਗੇ ਹੋ। ਕਿਸੇ ਦੀ ਬਹੁਤ ਉਪਮਾ ਕਰਨੀ ਹੈ, ਕਹੀਦਾ ਵੀ ਤੇਰਾ ਤਾਂ ਮੁਖ ਚੰਦ ਵਰਗਾ ਹੈ, ਤੇਰੇ ਰਸਨਾਂ ਦੇ ਬੋਲ ਤਾਂ ਮਿਸ਼ਰੀ ਵਰਗੇ ਨੇ। ਹੁਣ ਮਿਸ਼ਰੀ ਬਹੁਤ ਮਿੱਠੀ ਹੈ, ਇਸ ਲਈ ਉਹਦੇ ਬੋਲਾਂ ਦੀ ਤਸ਼ਬੀਹ ਮਿਸ਼ਰੀ ਨਾਲ ਦਿੱਤੀ ਜਾਂਦੀ ਹੈ। ਤੇਰਾ ਸੁਭਾਅ ਬਹੁਤ ਨਿੱਘਾ ਹੈ, ਕਿਸੇ ਚੀਜ਼ ਦੇ ਨਾਲ ਤਸ਼ਬੀਹ ਦਿੱਤੀ ਜਾਂਦੀ। ਤਾਂ ਭਾਈ ਸੰਤੋਖ ਸਿੰਘ ਸਾਹਿਬ ਲਿਖਦੇ, ਕਹਿੰਦੇ हे ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਡੇ ਚਰਨਾਂ ਦੀ ਤਸ਼ਬੀਹ ਕਿਹਦੀ ਚੀਜ਼ ਨਾਲ ਦਿੱਤੀ ਜਾ ਸਕਦੀ? ਜੇ ਪਾਰਜਾਤ ਦਰਖਤ ਨਾਲ ਦਈਏ ਤਾਂ ਮਹਾਰਾਜ ਪਾਰਜਾਤ ਦਰਖਤ ਜਿਹੜਾ ਉਹਦੇ ਥੱਲੇ ਕੋਈ ਬਹਿ ਕੇ ਜੋ ਇੱਛਾ ਧਾਰੇ ਇੱਛਾ ਹੀ ਪੂਰੀ ਹੁੰਦੀ ਹੈ। ਉਹ ਪਾਰਜਾਤ ਦਰਖਤ ਮੁਕਤੀ ਨਹੀਂ ਦੇ ਸਕਦਾ, ਉਹ ਕਿਸੇ ਨੂੰ ਮੁਕਤ ਨਹੀਂ ਕਰ ਸਕਦਾ। ਜੇ ਪਾਰਸ ਨਾਲ ਕਹੀਏ ਉਹ ਵੀ ਥੋੜੀਆਂ ਧਾਤਾਂ ਨੂੰ ਸੋਨਾ ਬਣਾ ਸਕਦਾ ਹੈ। ਜੇ ਕਵਲ ਦੇ ਫੁੱਲ ਨਾਲ ਤਸ਼ਬੀਹ ਦਈਏ ਤਾਂ ਕਵਲ ਦਾ ਫੁੱਲ ਜਿਹੜਾ ਹੈ ਉਹ ਵੀ ਸੂਰਜ ਚੜ੍ਹਨ ਉੱਤੇ ਉਦੇ ਹੁੰਦਾ, ਰਾਤ ਪੈਂਦੀ ਹੈ ਤਾਂ ਉਹ ਵੀ ਪੰਖੜੀਆਂ ਬੰਦ ਕਰ ਲੈਂਦਾ। ਪਰ हे ਸਤਿਗੁਰੂ ਤੇਰੇ ਚਰਨ ਤਾਂ ਦਿਨੇ ਵੀ ਸੁਖਦਾਈ ਨੇ, ਕੋਈ ਤੈਨੂੰ ਰਾਤੀ ਵੀ ਸਿਮਰੇ ਤਾਂ ਵੀ ਤੂੰ ਸੁੱਖ ਦੇ ਦਿੰਦਾ। ਤੇਰਾ ਕੋਈ ਇਸ ਤਰ੍ਹਾਂ ਥੋੜੀ ਵੀ ਦਿਨ ਚੜ੍ਹਨ ਉੱਤੇ ਦਰਵਾਜ਼ਾ ਖੁੱਲੇਗਾ, ਇੰਨੇ ਵਜੇ ਦਰਬਾਰ ਖੁੱਲਣਾ, ਇੰਨੇ ਵਜੇ ਪੁਕਾਰ ਸੁਣੀ ਜਾਣੀ ਹੈ। ਨਹੀਂ ਮਹਾਰਾਜ, ਕੋਈ ਧਿਆਨ ਧਰ ਕੇ ਅੱਧੀ ਰਾਤ ਨੂੰ ਵੀ ਦੁਖੀ ਬੰਦਾ ਚੇਤੇ ਕਰੇ ਤੁਸੀਂ ਤਾਂ ਵੀ ਸੁੱਖ ਦੇ ਦਿੰਦੇ ਹੋ। ਤੁਹਾਡੇ ਚਰਨ ਤਾਂ ਦਿਨੇ ਵੀ ਸੁਖਦਾਈ, ਰਾਤੀ ਵੀ ਸੁਖਦਾਈ। ਕਿਸ ਚੀਜ਼ ਨਾਲ ਤਸ਼ਬੀਹ ਦਈਏ? हे ਸਤਿਗੁਰੂ ਤੁਹਾਡੇ ਚਰਨ ਨਾ ਪਾਰਜਾਤ ਦਰਖਤ ਵਰਗੇ ਨੇ, ਨਾ ਕਮਲ ਦੇ ਫੁੱਲ ਵਰਗੇ ਨੇ।
ਤਾਂ ਤੇ ਪੱਗ ਪੱਗ ਭਾਰ ਜਾਤ ਨਾ ਕਮਲ ਹੈ, ਨਾ ਭਾਰ ਜਾਤ ਵਰਗੇ ਨਾ ਕਮਲ ਦੇ ਫੁੱਲ ਵਰਗੇ। ਕਹਿੰਦੇ ਲਖੇ ਪਦ ਆਦਰ ਨਾ ਪਾਰ ਜਾਤ ਕਮਲ ਕੋ, ਤਾਂ ਤੇ ਪੱਗ ਪੱਗ ਭਾਰ ਜਾਤ ਨਾ ਕਮਲ ਹੈ। ਮਹਾਰਾਜ ਤੁਹਾਡੇ ਚਰਨ, ਤੁਹਾਡਾ ਨਾਮ ਕਿਸੇ ਚੀਜ਼ ਨਾਲ ਤਸ਼ਬੀਹ ਨਹੀਂ ਦਿੱਤੀ ਜਾ ਸਕਦੀ। ਤੁਹਾਡੇ ਚਰਨ ਸਿਰਫ ਤੁਹਾਡੇ ਹੀ ਚਰਨਾਂ ਵਰਗੇ। ਮਹਾਰਾਜ ਤੁਹਾਡਾ ਨਾਮ ਸਿਰਫ ਤੁਹਾਡੇ ਵਰਗਾ ਹੀ ਹੈ। ਤਾਈਓ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਸੀ, ਕਹਿੰਦੇ ਮਨਸਾ ਦੇਵੀ ਤੂੰ ਕਹਿੰਦੀ ਹੈ ਭਾਨੀ ਵਾਸਤੇ ਜੇਠੇ ਵਰਗਾ ਵਰ ਮਿਲ ਜਾਏ। ਹਜ਼ੂਰ ਨੇ ਕਿਹਾ ਜੇਠੇ ਵਰਗਾ ਤਾਂ ਧਰਤੀ ਤੇ ਜੇਠਾ ਹੀ ਹੈ, ਉਹਦੇ ਵਰਗਾ ਹੋਰ ਕੋਈ ਹੋਏ ਨਹੀਂ ਸਕਦਾ। ਮਨਸਾ ਦੇਵੀ ਜੇਠੇ ਵਰਗਾ ਸਿਰਫ ਜੇਠਾ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਤੇ ਮਾਂ ਮਨਸਾ ਦੇਵੀ ਨੇ ਕਿਹਾ ਮਹਾਰਾਜ ਚਲੋ ਵਰ ਤਾਂ ਠੀਕ ਹੈ ਭਾਨੀ ਵਾਸਤੇ, ਪਰ ਮਹਾਰਾਜ ਘਰ ਨਹੀਂ ਨਾ ਠੀਕ। ਘਰ ਤਾਂ ਛੰਨ ਹੈ ਨਾ, ਕਾਨਿਆਂ ਦੀ ਕੁੱਲੀ ਹੈ। ਮਹਾਰਾਜ ਮੇਰੀ ਭਾਨੀ ਹੁਣ ਕੁੱਲੀ ਵਿੱਚ ਵਿਆਹੀ ਜਾਏਗੀ, ਮੇਰੀ ਭਾਨੀ ਦਾ ਡੋਲਾ ਹੁਣ ਮਹਾਰਾਜ ਛੰਨ ਵਿੱਚ ਜਾਏਗਾ। ਦੁਨੀਆ ਦਾ ਹਰ ਪਿਓ ਆਪਣੀ ਧੀ ਵਾਸਤੇ ਚੰਗਾ ਘਰ ਲੱਭਦਾ ਹੈ, ਵਰ ਵੀ ਚੰਗਾ ਲੱਭਦਾ ਹੈ, ਫਿਰ ਉਹ ਘਰ ਵੀ ਵੇਖਦੇ ਨੇ ਵੀ ਕਮਾਈ ਦਾ ਸਾਧਨ ਕੀ ਹੈ। ਜਿੱਥੇ ਲੜਕੀ ਨੇ ਵਿਆਹੀ ਜਾਣਾ ਕੋਈ ਚਾਰ ਸਿਆੜ ਕੋਈ ਘਰ-ਬਾਰ ਹੈ ਕੁਝ। ਮਹਾਰਾਜ ਵਰ ਤਾਂ ਠੀਕ ਹੈ, ਪਰ ਸਤਿਗੁਰੂ ਘਰ ਛੋਟ ਹੈ। ਘਰ ਤਾਂ ਕੁੱਲੀ ਤੇ ਛਾਨੀ ਹੈ। ਸਤਿਗੁਰਾਂ ਬਚਨ ਕਹੇ ਸੀ, ਨਹੀਂ ਮਨਸਾ ਦੇਵੀ ਦੁਨੀਆ ਦੀਆਂ ਅੱਖਾਂ ਨਾਲ ਨਾ ਵੇਖ, ਸੰਸਾਰ ਦੀਆਂ ਅੱਖਾਂ ਵਿੱਚ ਜੇਠੇ ਦਾ ਘਰ ਛੋਟਾ ਹੋ ਸਕਦਾ ਹੈ, ਮੇਰੀ ਨਜ਼ਰ ਨਾਲ ਵੇਖ ਜੇਠੇ ਦਾ ਘਰ ਛੋਟਾ ਨਹੀਂ। ਇੱਕ ਦਿਨ ਜੇਠੇ ਦਾ ਘਰ ਇੰਨਾ ਵੱਡਾ ਬਣਨਾ ਹੈ, ਕੁੱਲ ਦੁਨੀਆ ਕਹੇਗੀ ਜੇਠੇ ਦੇ ਘਰ ਵਰਗਾ ਕੋਈ ਘਰ ਨਹੀਂ ਹੈ। ਸਾਧ ਸੰਗਤ ਫਿਰ ਵਕਤ ਆਇਆ, ਦੁਨੀਆ ਉੱਚੇ ਅਲਾਪ ਵਿੱਚ ਗਾ ਰਹੀ ਸੀ ਕਿ ਡਿੱਠੇ ਸਭੇ ਥਾਵ ਨਹੀਂ ਤੁਧ ਜਿਆ। हे ਗੁਰੂ ਰਾਮਦਾਸ ਸਾਹਿਬ ਤੁਹਾਡੇ ਘਰ ਵਰਗਾ ਕਿਸੇ ਦਾ ਘਰ ਹੋਏ ਨਹੀਂ ਸਕਦਾ। ਡਿੱਠੇ ਸਭੇ ਥਾਵ ਨਹੀਂ ਤੁਧ ਜਿਆ, ਵੱਡੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ, ਜਿਨ੍ਹਾਂ ਨੂੰ ਬਾਣੀ ਯਾਦ ਨਾਲ ਪੜਿਆ ਕਰੋ ਤੁਹਾਡੀ ਸੁਰਤ ਜੁੜਦੀ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿ ਨਾਨਕ ਕਸਮਲ ਜਾਏ ਨਾਏ ਰਾਮਦਾਸ ਸਰ। ਪਾਤਸ਼ਾਹ ਤੇਰੇ ਘਰ ਵਰਗਾ ਕਿਸੇ ਦਾ ਘਰ ਹੋਏ ਨਹੀਂ ਸਕਦਾ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਹਰ ਬੰਦਾ ਘਰ ਬਣਾਉਂਦਾ ਹੈ, ਦੂਜੇ ਨਾਲੋਂ ਕੁਰਸੀ ਉੱਚੀ ਰੱਖਦਾ ਹੈ। ਮੇਰਾ ਘਰ ਉੱਚਾ ਹੋਣਾ ਚਾਹੀਦਾ ਹੈ, ਮੇਰਾ ਘਰ ਦੂਜੇ ਨਾਲੋਂ 2 ਫੁੱਟ ਉੱਚਾ ਹੋਣਾ ਚਾਹੀਦਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਇਆ ਹੈ, ਔਰ ਸਾਧ ਸੰਗਤ ਪੂਰੇ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚੋਂ ਜੇ ਕਿਸੇ ਦਾ ਘਰ ਸਭ ਤੋਂ ਨੀਮ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਦਾ ਨੀਮ ਹੈ। ਬਾਕੀ ਮੰਦਰਾਂ ਵਿੱਚ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਹੈ, ਗੁਰੂ ਰਾਮਦਾਸ ਮਹਾਰਾਜ ਦੇ ਘਰ ਲਈ ਪੌੜੀਆਂ ਉੱਤਰ ਕੇ ਜਾਣਾ ਪੈਂਦਾ। ਉਹਦਾ ਅਰਥ ਭਾਵ ਪਤਾ ਕੀ ਹੈ? ਸਿੱਖਾ ਤੂੰ ਆਉਣੇ ਜੀ ਸਦਕਿਆ, ਜਿੰਨੀ ਦੇਰ ਅਹੰਕਾਰ ਦੀਆਂ ਪੌੜੀਆਂ ਭੋਏ ਉੱਤਰ ਕੇ ਨਿਰਮਾਣਤਾ ਵਿੱਚ ਨਹੀਂ ਆਉਂਦਾ, ਉਨੀ ਦੇਰ ਗੁਰੂ ਰਾਮਦਾਸ ਸਾਹਿਬ ਦੇ ਦੀਦਾਰ ਨਹੀਂ। ਜਿੱਦਣ ਅਹੰਕਾਰ ਦੀਆਂ ਪੌੜੀਆਂ ਭੋਏ ਉੱਤਰ ਜਾਏਗਾ, ਉਦਣ ਤੈਨੂੰ ਪਰਕਰਮਾਂ ਵਿੱਚ ਹੀ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਹੋ ਜਾਣਗੇ। ਤੂੰ ਅਹੰਕਾਰ ਦੀ ਪੌੜੀ ਥੱਲੇ ਆ, ਕਿਸੇ ਚੀਜ਼ ਦਾ ਅਹੰਕਾਰ ਨਾ ਤੇਰੇ ਅੰਦਰ ਹੋਵੇ, ਨਾ ਧਨਵਾਨ ਹੋਣ ਦਾ, ਨਾ ਗਿਆਨਵਾਨ ਹੋਣ ਦਾ, ਨਾ ਸਰੀਰ ਕਰਕੇ ਬਲਵਾਨ ਹੋਣ ਦਾ। ਜਿੱਦਣ ਸਭ ਅਹੰਕਾਰ ਛੱਡ ਕੇ ਆਏਗਾ, ਉਦਣ ਤੈਨੂੰ ਨਿਰੰਕਾਰ ਪਰਕਰਮਾਂ ਵਿੱਚ ਹੀ ਖੜਿਆ ਮਿਲੇਗਾ। ਖੈਰ ਅੱਜ ਭੱਟ ਸਾਹਿਬਾਨ ਕਹਿੰਦੇ, ਹੋਂ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ। हे ਗੁਰੂ ਰਾਮਦਾਸ ਸਾਹਿਬ ਤੁਹਾਡੇ ਨਾਮ ਤੋਂ ਬਲਿਹਾਰ। ਇੱਕ ਨੁਕਤਾ ਹੋਰ ਨੋਟ ਕਰਿਓ, ਸਭ ਤੋਂ ਪਹਿਲਾਂ ਚੇਤੇ ਕਿਸੇ ਨੂੰ ਮਿਲਣਾ ਹੋਵੇ ਤਾਂ ਚੇਤੇ ਕੀ ਹੋਣਾ ਚਾਹੀਦਾ ਹੈ? ਉਹਦਾ ਨਾਮ। ਤੁਸੀਂ ਸ਼ਹਿਰ ਵਿੱਚ ਆ ਕੇ ਕਹੋ ਫਲਾਨਾ ਇਸ ਤਰ੍ਹਾਂ ਦਾ ਦਿਸਦਾ ਹੈ ਜੀ, ਉਹਨੇ ਇਦਾਂ ਦੀ ਪੱਗ ਬੰਨੀ, ਇਸ ਤਰ੍ਹਾਂ ਦਾ ਉਹਦਾ ਸਰੀਰ ਦੀ ਝਾੜ ਢੋਲ ਹੈ,
तो कहणगे नाम दसो जी। इदां तां हुण कई बंदे इस रंग दीयां पग्गां बन्नदे ने, इस तरह के तो बहुत बंदे ने, कोई उहदा नाम तो दसो जी। सब तो पहला नाम चेते होना चाहिए। जिस शहर विच जाना है, बंदे नूं मिलना, उहदा नाम याद होवे, उहदे मुहल्ले कॉलोनी का नाम याद होवे। जे तुहानूं नंबर ते नाम याद नहीं, लभ ही नहीं सकोगे। इस तरह साहब ने कहा, संसार में रहिंदा है, तू मोह माया पदार्थां विच गवा सकना है। जे तू चाहुंदा ना गवाचे, मंजिल ते पहुंच जाए, फिर तेनू वाहिगुरु दा नाम चेते रखना पैना है। रह जिड्डा वड्डा मर्जी शहर होवे, तेनू नाम चेते होना चाहिए। संसार दा फलाह कितना भी वड्डा होवे, तेनू वाहिगुरु दा नाम चेते होना चाहिए। जदों नाम याद है, वो नाम तेनू अपने वल लै जाएगा, वो नाम तेनू मंजिल ते लै जाएगा। अकाल पुरख वाहिगुरु दा नाम जप। साध संगत अज दे युग विच चिंता दा विषय है। मैं भी पढ़ के हैरान होया, इस तरह हो रहा है। अज दे युग विच धंधा वध रहा है, धर्म घट रहा है। ये कलयुग दे लक्षण समझ लो। ਇਹਦੇ ਅੰਦਰ ਸਾਧ ਸੰਗਤ ਧੰਦਾ ਕਰਨ ਲਈ, ਵਪਾਰ ਕਰਨ ਲਈ, ਬਿਜ਼ਨਸ ਕਰਨ ਲਈ, ਪੜਨ ਵਾਸਤੇ ਹਰ ਬੰਦਾ ਸੁਚੇਤ ਹੈ, ਅਕਲ ਚਾਹੁੰਦਾ ਹੈ, ਪਰ ਧਰਮ ਵਾਸਤੇ ਉਹ ਬਿਲਕੁਲ ਅਣਜਾਣ ਹੋ ਰਿਹਾ। ਬਾਹਰ ਤੁਸੀਂ ਵਿਦੇਸ਼ਾਂ ਵਿੱਚ ਵੇਖੋਗੇ, ਇੰਗਲੈਂਡ ਵਿੱਚ ਐਡੇ ਵੱਡੇ ਵੱਡੇ ਚਰਚ ਨੇ ਜਿਹੜੇ ਉਹਨਾਂ ਵੇਚਣੇ ਸ਼ੁਰੂ ਕਰ ਦਿੱਤੇ ਨੇ। ਕਈ ਚਰਚ ਲੈ ਕੇ ਤਾਂ ਉਹਨਾਂ ਵਿੱਚ ਗੁਰਦੁਆਰੇ ਵੀ ਬਣੇ ਨੇ, ਜਾਂ ਕਈਆਂ ਨੇ ਕੋਈ ਹੋਰ ਵੇਅਰ ਹਾਊਸ ਬਣਾਇਆ ਹੈ। ਇਟ ਮੀਨਸ ਕੀ ਹੈ, ਕਦੇ ਲੋਕ ਆਉਂਦੇ ਹੋਣਗੇ, ਹੁਣ ਅਣੋਂ ਹਟ ਗਏ, ਉਹ ਧਾਰਮਿਕ ਸਥਾਨ ਵਿਕ ਗਏ। ਉਧਰ ਹਾਲ ਬਹੁਤ ਵੱਡੇ ਵੱਡੇ ਨੇ, ਇੱਕੋ ਬਾਹਰ 4-4 ਹਜ਼ਾਰ ਬੰਦਾ ਬਹਿ ਸਕਦਾ ਹੈ, ਪਰ ਉੱਥੇ ਵੇਖੋ 10-12 ਬੰਦੇ ਸੰਗਰਾਂਦ ਨੂੰ ਹੁੰਦੇ ਨੇ। ਉਹ ਜਵਾਨ ਬੱਚੇ ਅਣੋਂ ਹਟ ਗਏ, ਜੰਗ ਜਨਰੇਸ਼ਨ ਹਟ ਗਈ, ਕਿਉਂਕਿ ਅਸੀਂ ਧਰਮ ਵੱਲ ਦੀ ਰੁਚੀ ਘਟਾ ਦਿੱਤੀ ਹੈ। ਧਰਮ ਦੀ ਵਿਆਖਿਆ ਕਰ ਹੀ ਨਹੀਂ ਸਕੇ। ਧਰਮ ਕਿਉਂ ਜ਼ਰੂਰੀ ਹੈ, ਇਹ ਦੱਸਿਆ ਹੀ ਨਹੀਂ ਲੋਕਾਂ ਨੇ। ਜਿਵੇਂ ਜਿਵੇਂ ਔਖਾ ਕਰਦੇ ਗਏ, ਤਿਵੇਂ ਤਿਵੇਂ ਲੋਕ ਦੂਰ ਹੁੰਦੇ ਗਏ। ਜਿਵੇਂ ਜਿਵੇਂ ਅਸੀਂ, ਮਾਫ ਕਰਿਓ, ਧਰਮ ਦੀ ਵਿਆਖਿਆ ਬਹੁਤਾਤ ਵਿੱਚ ਸਾਇੰਸ ਨਾਲ ਜੋੜ ਕੇ ਕਰਨ ਲੱਗ ਪਏ, ਤਾਂ ਉਹ ਬੱਚੇ ਕਹਿੰਦੇ ਤੇ ਪੜਿਆ ਹੋਇਆ, ਇਹ ਤਾਂ ਸਾਨੂੰ ਪਤਾ ਹੈ, ਇਹਦੇ ਨਾਲ ਤਾਂ ਹੋ ਜਾਂਦਾ ਹੈ। ਤੁਸੀਂ ਮਾਫ ਕਰਿਓ, ਕੁਝ ਪਰਸੈਂਟ ਧਰਮ ਦੀ ਵਿਆਖਿਆ ਸਾਇੰਸ ਨਾਲ ਜੋੜ ਕੇ ਕੀਤੀ ਜਾ ਸਕਦੀ ਹੈ, ਪਰ ਤੁਸੀਂ ਕਹੋ 100% ਸਾਇੰਸ ਨਾਲ ਸਿੱਧ ਕਰੋ, ਇਹ ਕਦੇ ਵੀ ਨਹੀਂ ਹੋ ਸਕਦਾ। ਜੋ ਕੁਝ ਧਰਮ ਵਿੱਚ ਹੈ, ਉਹਨੂੰ ਮਾਫ ਕਰਿਓ, ਤੁਸੀਂ ਸਾਇੰਸ ਨਾਲ ਸਿੱਧ ਹੀ ਨਹੀਂ ਕਰ ਸਕਦੇ। ਮੈਂ ਬਹੁਤ ਸਾਰੇ ਪ੍ਰਮਾਣ ਬਾਣੀ ਵਿੱਚੋਂ ਐਸੇ ਤੁਹਾਡੇ ਸਮਕਸ਼ ਰੱਖ ਦਾਂਗਾ, ਜਿਹਦੇ ਉੱਤੇ ਵਿਚਾਰ ਕਰਕੇ ਵੇਖਿਓ ਕਿਵੇਂ ਕੋਈ ਕਰ ਸਕਦਾ। ਇਹ ਹੋਏ ਨਹੀਂ ਸਕਦਾ। ਹਾਂ, ਜਦੋਂ ਕੁਦਰਤ ਨੂੰ ਖੋਜਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਿੱਖੀ ਨਵੇਂ ਯੁੱਗ ਦਾ ਧਰਮ ਹੈ। ਤੁਸੀਂ ਬਹੁਤ ਡੀਪਲੀ ਗਹਿਰਾਈ ਵਿੱਚ ਜਾਓਗੇ। ਜੋ ਕੁਝ ਕੁਦਰਤ ਵਿੱਚ ਹੈ, ਅਜੇ ਤੱਕ ਸਾਇੰਸ ਦੀ ਪਕੜ ਵਿੱਚ ਨਹੀਂ ਆਇਆ। ਮਨੁੱਖ ਦੇ ਅਨੇਕਾਂ ਰੋਗਾਂ ਦਾ ਇਲਾਜ ਕੁਦਰਤ ਨੇ ਕੁਦਰਤ ਵਿੱਚ ਹੀ ਰੱਖਿਆ ਹੋਇਆ, ਉਹ ਚੋਂ ਲੱਭ ਰਹੇ ਨੇ। ਉਹਨੂੰ ਲੱਭ ਕੇ ਕੋਈ ਬੰਦਾ ਕਵੇ ਲਓ ਜੀ ਅਸੀਂ ਤੇ ਲੱਭ ਲਿਆ, ਇਹਦੇ ਲਈ ਹੁਣ ਧਰਮ ਦੀ ਕੀ ਲੋੜ ਹੈ। ਦੁਨੀਆ ਵਿੱਚ ਖੋਜ ਉਹੀਓ ਪ੍ਰਗਟ ਹੁੰਦੀ ਹੈ ਜਿਹੜੀ ਅਕਾਲ ਪੁਰਖ ਵਾਹਿਗੁਰੂ ਚਾਹੁੰਦਾ, ਨਹੀਂ ਤਾਂ ਉਹਦੇ ਹੁਕਮ ਤੋਂ ਬਗੈਰ ਖੋਜ ਵੀ ਪ੍ਰਗਟ ਨਹੀਂ ਹੋ ਸਕਦੀ। ਪੂਰੇ ਵਰਲਡ ਨੇ ਜ਼ੋਰ ਲਾ ਲਿਆ, ਕਿੰਨੇ ਸਾਲਾਂ ਵਿੱਚ ਕੀ ਇਲਾਜ ਲੱਭ ਲਿਆ ਤੁਸੀਂ ਆਹ ਰੌਲੇ ਦਾ ਜਿਹੜਾ ਪਿੱਛੇ ਲੰਘਿਆ। ਉਹਦੇ ਵਾਸਤੇ ਸਾਧ ਸੰਗਤ ਆਪਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਇਹ ਨਹੀਂ ਕਿ ਕਿਸੇ ਨੂੰ ਅੰਧਕਾਰ ਵਿੱਚ ਰੱਖੋ, ਉਹਨੂੰ ਗਿਆਨ ਵੀ ਚਾਹੀਦਾ, ਪਰ ਧਰਮ ਦੀ ਆਸਥਾ ਵੀ ਸਮਝਾਉਣੀ ਪਏਗੀ, ਰੱਬ ਦੀ ਪਰਿਭਾਸ਼ਾ ਵੀ ਦੱਸਣੀ ਪਏਗੀ। ਉਹ ਅਕਾਲ ਪੁਰਖ ਵਾਹਿਗੁਰੂ ਜਿਹਦਾ ਕੋਈ ਅੰਤ ਨਹੀਂ, ਜਿਹੜੀ ਦੁਨੀਆ ਵਿੱਚ ਗੱਲ ਇੰਪੋਸੀਬਲ ਹੈ, ਉਹਨੂੰ ਰੱਬ ਪੋਸੀਬਲ ਕਰਕੇ ਵਿਖਾ ਸਕਦਾ ਹੈ। ਰੱਬ ਦਾ ਦਿੱਤਾ ਹੋਇਆ ਨਾਮ ਜਦੋਂ ਕੋਈ ਜਪਦਾ ਉਸ ਪਰਮਾਤਮਾ ਨੂੰ, ਉਹ ਨਾਮ ਇਸ ਲੋਕ ਵਿੱਚ ਵੀ ਸਹਾਈ ਹੁੰਦਾ ਹੈ, ਇਹ ਦੱਸਣਾ ਪਏਗਾ। ਔਰ ਤੁਹਾਨੂੰ ਇਹ ਵੀ ਗੱਲ ਕਰਨੀ ਪਏਗੀ, ਮਰਨ ਤੋਂ ਬਾਅਦ ਤੇਰੀ ਆਤਮਾ ਦੇ ਨਾਲ ਵੀ ਜਾਂਦਾ ਹੈ। ਕਿਤੇ ਹੋਰ ਵੀ ਕੋਈ ਦੁਨੀਆ ਹੈ ਜਿੱਥੇ ਤੇਰੇ ਕਰਮਾਂ ਦਾ ਹਿਸਾਬ ਮੰਗਿਆ ਜਾਣਾ ਹੈ। ਜੇ ਇੰਨਾ ਹੀ ਕਹੋ ਜੀ ਜੋ ਕੁਝ ਇੱਥੇ ਹੀ ਹੈ, ਸਭ ਕੁਝ ਖਾਓ ਪੀਓ ਮੌਜ ਕਰੋ, ਇੱਥੇ ਹੀ ਹੈ ਸਭ ਕੁਝ। ਕੁਝ ਹੈ ਜੋ ਤੈਨੂੰ ਰਿਕਾਰਡ ਕਰ ਰਿਹਾ ਹੈ, ਕੁਝ ਹੈ ਜਿਸ ਨੇ ਤੇਰੇ ਬਾਰੇ ਪੁੱਛਣਾ ਹੈ।
तेरे कीते हुए कर्मां दा हिसाब कोई मंगण वाला है। तुहानू गुरु ग्रंथ साहिब महाराज दी बाणी दी व्याख्या इस तरह रखनी पैगी लोकां दे सामने। बह लेखा कर समझाया, रब ने तेरे कीते कर्मां दा लेखा बह के समझाउणा। तेरे नाल बेअन्यायी नहीं होनी, बेइंसाफी नहीं होनी। जो तू कीता वो तैनू भोगना पेगा। हाँ, पहला बंदे दा सुभाव है मुकरदा जरूर है, मैं तो कीता ही नहीं। जदों भाई रिकॉर्ड सामने आ जाए फिर मनना पैंदा है। पाप करे कर मुकर पावे, भेख करे निर्वाणे, तू मुकरेगा रब ने तेनू मुकर नहीं देना। जे उन्हां कीते कर्मां तो कोई छड़ा सकदा है वो सिर्फ वाहिगुरू दा नाम, ओदी उपमा नाम जप, तेरे मन दी मलीनता उतर जाए। आपां कई बार कहने कर्म सुच्चे होने चाहिए ने, नाम जपण दी की लोड़ है। साध संगत कर्म भी सुच्चे उदों ही होणगे जदों नाम जपण लग जाओगे, जदों रब दा भय मन विच रखण लग जाओगे। कर्म सुच्चा कदों हुंदा है? जदों ये डर होवे कि मैनू कोई वेख रहा है, नहीं तो हो ही नहीं सकता। जे मनुख अपना आप सब कुछ लिखण लग जाए, तुसीं अपनी कापी ते लिख ही नहीं सकोगे तुसीं की कुछ मन विच सोच रहे हो। वो मन सुच्चा कदों होना है? जदों मन विच 24 घंटे पै रहन लग जाए, मैनू कोई वेखदा है। मैं कई बार इत्थों भी बेनती की, सामने कोई वेखदा होवे, छोटी तो छोटी गलती भी नहीं तुसीं करनी, कोई वेख रहा है। जदों कोई नहीं वेखदा फिर बंदा वड्डे तो वड्डा पाप भी कर सकदा है। पाप पड़दा पाप नूं जन्म दिंदा है। और गुरु ग्रंथ साहिब महाराज की बाणी ने साडे मन तो पर्दा ला दिता है। इन्नी गल याद कराई है, तू याद रखी कि ज़ाहिर ज़हूर है कि हाजिर हजूर है, वो बिल्कुल हाजिर नाजिर है, तेनू वेख रहा है। सद हजूर हाजिर है नाजिर, कते ना पहो दुराई। तेनू भुलेखा पै सकदा है, मेरा किहड़ा किसे नू पता लगना है, पर वो तेनू वेख रहा है। हाँ, रब इन्ना काला नहीं कि तुसी हुणे कर्म कीता ते नाल ही सजा दे दे। वो बहुत लंबे वक्त तक वेखदा है। साध संगत, जदों ये चीज असीं भै रखांगे, भै तो बगैर भगती नहीं हो सकेगी। भै चाहिदा है। जे कहांगे लोड़ ही नहीं नाम जपण दी, कर्म सही करो, नाम की जपना? नाम जपना पखंड है, नाम जपना कर्मकांड है? नहीं। भट्ट साहिबाना कहा बलिहार जाइए गुरु रामदास महाराज, तुहाडे नाम तो नाम जपण नाल दरिद्र मिट जांदे ने, नाम जपण नाल अंदर दे विकार मिटदे ने। भै नाम याद करन दे नाल, गुरु गुरु जपण नाल अंदर दे कल कलेश मिटदे ने। आ सीधी पंक्ति है, तुसी रोज पढ़दे हो, जपजी साहिब विच पढ़ के आए हो। भरी है मत पापां कै संग, कद नाल धोनी है? कर्म चंगे करके। वो धुप है, जवाब दिता ना वह कह रंग। प्रेम नाल नाम जप, याद रखो तेनू वेख रहा है, तेरे कर्म शुद्ध हो सकते हैं। कोई रोग लग जाए, तुसी मेडिसिन लैंदे हो, उस तो बाद डॉक्टर कहंदा अगे तो आ चीज दा परहेज रखना है। परहेज इस लई है कि नैक्सट टाइम ना होवे, पर दवाई किस लई है? होए होए नू खत्म करने वास्ते। इसे तरह साहब ने कहा कर्म चंगे करने ने, अगे तो ना होवे, भै रख, पर पहला कीता तां मिटना जे तू जपे सतनाम श्री वाहिगुरू। एक पौड़ी कह के मैं अगे चलना है। भाई साहब भाई गुरदास साहब ने एक पौड़ी लिखी है, हुण इहदे बारे विचार कर लियो। जे आपां कहीए वे अगे किहड़ा कुछ है जी, खाओ पीओ मौज करो, आ जग मिठा अगला किने डिठा। उन्होंने कहा राजियां विचों भी जे कोई भगत होया तो राजा होके भी भगत हो सकता है। एक बेनती फिर तुहाडे चरनां च, इस गल दे भुलेखे विच ना रहना कि कोई अमीर बंदा ही विकारी हो सकता है। रब दा भै रखे ते ओ माया दे डंग तो माया विच रहिंदियां भी बच जांदा है। रब दा भै नहीं ते ना हुंदियां भी बंदा गलत हो सकता है। इसलिए गुरमत ने बिल्कुल इस गल उत्ते भुलेखा नहीं पाया कि जी पहला माया छड्डो, पहला कामकार छड्डो, पहला धंधा वपार छड्डो, फिर तुसीं धर्म कमाओगे। हजूर ने कहा रह उहदे विच, पर भै रखना है। तू रब दा डर रख, किसी नाल बेईमानी धोखा ना करी। तैनू धंधा छड्डण दी, वपार छड्डण दी लोड़ नहीं। तू वपार विच रहिंदियां करतार नाल जुड़ सकदा है। शर्त इन्नी है
किरत करदियां याद रख सतनाम श्री वाहिगुरु। तेरी किरत विच बेईमानी नहीं होनी चाहिए, तेरी किरत विच धोखा नहीं होना चाहिए। इत्थे लग गई अस्थान है हजरत निजामुद्दीन साहब का। उन्हों का एक फिरका है, जिवें साडे गुरमन दे अंदर एक नानकसर साधुओं की जमात है, उत्थे मोस्टली लंगर प्रशादा जिहड़ा है वो बाहरों आउंदा, उत्थे नहीं पकदा। इदां इन्हां दे अंदर भी एक जमात है, वो प्रशादा उत्थे नहीं बनाउंदे, बाहरों आउंदा सी। तां हजरत निजामुद्दीन साहब लई उहदा शिष्य जिहड़ा है वो प्रशादा लिआया। उन्हां लंगर प्रशाद छकिया। अज इबादतगाह विच बैठा ते सुरत नहीं जुड़दी। फिर जल छक के अपने आप नूं होर उजू साज किया। उजू साज का मतलब हथ बाहां धोतियां, हत्थां तो कूणियां तक धोंदे, उहनूं उजू साज कहंदे। अपने आप नूं सुच्चा करके फिर बैठे, फिर सुरत ना जुड़ी, फिर बैठे, फिर सुरत ना जुड़ी। अखीर उन्हें शिष्य नूं बुला लिया। तो हजरत साहब सद के कहंदे, अज खाना किहदे घरों आया? जिहड़े बंदे लैके आए सन वो भी हाजिर ही बैठे सन। और जदों कोई सेवा लियाउंदा उहदा नाम बोलिया जाए, वो छेती कहंदा है कि जी साडे वल्लों है। शायद कुछ वडियाई होनी होवे तो जिहड़ा सामने बंदा बैठा है वो कहंदा जी अज दा खाना खादम दे घरों आया। उन्हां दी भाषा विदास वल्लों है जी, साडे वल्लों। तो हजरत निजामुद्दीन साहब कहण लगे, तेरे किरत विच कोई बेईमानी नहीं है, तेरी किरत सही नहीं है, तेरी कमाई गलत है। तेरे घर दे खाने करके अज सुरत नहीं जुड़ रही, ते तो लुको नहीं रखा जाएगा, तेरी किरत विच कोई बेईमानी है। उन्हें कहा जी बिल्कुल नहीं, घर विच कमाउण वाला मैं कल्ला ही है। जे कोई होर होवे तां तस्दीक करां किसी कोलों, मैं ते कल्ला ही कमाई करन वाला है। मेरी बिल्कुल सच्ची सुच्ची किरत है, मैं हलाल दी है। मेरी किरत विच कोई ब्याज नहीं, ना मैं किसी कोलों ब्याज खाना है। उन्हां दी किरत विच सब तो बेईमानी किरत है किसी कोलों ब्याज खाना। उन्हें कहा जी मैं तस्दीक करदा मेरी किरत विच बेईमानी नहीं है। उन्हें कहा जा फिर घर पता कर, कुछ ना कुछ ते है जिहड़ा अज दे खाने विच गलत होया है। घर चला गया, जाके अपनी बेगम नूं पुछदा है, अज हजरत निजामुद्दीन साहब कहंदे ने साडे घर दा खाना खा के सुरत नहीं जुड़ी, इबादत गाह विच उन्हां दी सुरत नहीं टिकी, ये दसो खाना ते आपां सही बनाया ना? उन्हें कहा जी जो तुसी लिया के दिता मैं पका दिता है, जो तुसी लियांदा है मैं वो पका के तैयार कर दिता है। कहलगा फिर वो कहंदे ने कोई खाने विच तुहाडे अज भोजन विच तुहाडी किरत विच कोई बेईमानी है, फिर बेईमानी किवें हो सकती है? जदों है ही आपां सही लियांदा तो उहदे घर वाली कहनी जी है ते बिल्कुल सही, जो तुसी लियांदा मैं पका दिता, पर हाँ एक गल मैनूं याद आ गई, तुसी ते भोजन लिया के पदार्थ लिया के घर विच रख के चले गए सो। मैं वेख्या अपने घर विच ना लकड़ां मुक्कियां सन, कोले नहीं सन। मैं गुआंढण दे घर चली गई, अगों भी घर विच नहीं सी। हुण मैं ओदी उड़ीक करां इन्ना वक्त नहीं सी। मैं बिना पुछिया ओदे घरों कोले चुक लिआंदे ने गिट्ठी विच पाउण लई, लकड़ां चुक लिआंदियां ने, ਉਹਦੇ ਨਾਲ ਖਾਣਾ ਪਕਾਇਆ। ਉਹ ਵਾਪਸ ਜਾ ਕੇ ਫਿਰ ਹਜ਼ਰਤ ਨਿਜ਼ਾਮੁद्दीन ਸਾਹਿਬ ਨੂੰ ਇੱਥੇ ਸਥਾਨ ਬਣੇ ਆ ਕੇ ਦੱਸਦਾ ਜੀ ਆਹ ਗੱਲ ਹੋਈ ਹੈ। ਉਹਨਾਂ ਕਹਾ ਬਸ ਸੱਜਣਾ ਕਮੀ ਇਹੋ ਹੈ, ਕੋਲੇ ਲੱਕੜਾਂ ਚੋਰੀ ਦੀਆਂ ਲਿਆ ਕੇ ਭੋਜਨ ਪਕਾਇਆ, ਮੇਰੀ ਸੁਰਤ ਨਹੀਂ ਜੁੜੀ। माफ करियो गल समझण वास्ते है। वो सज्जणा याद रखी, जे लकड़ा चोरी दियां बनाया भोजन खाण तो बाद सुरत नहीं जुड़दी तो कदे चित्त वे ध्यान मारी, ओए जे तेरा खाना पीना लूण हल्दी मसाला सब कुछ बेईमानी दा होया, तेरी कित्थों सुरत जुड़ जाए? खाली भोजन पकाउण लई लकड़ा चोरी दियां ने, सुरत नहीं टिका विच, तेरी किरत सारी बेईमानी दी होएगी, तू किधर जाएगा? हक भराया नानका उस सुअर उस गाए, गुर पीर हम तां परे, जा मुर्दार ना खाए। किरत शुद्ध होनी चाहिए है, किरत माड़ी नहीं करनी जरूरी है। रात भी तुसीं इत्थों सुनिया है, किरत करने लई तंदुरुस्त होना जरूरी है और तंदुरुस्त रहने वास्ते भी किरत करनी जरूरी। बिल्कुल 100% सही गल। इत्थों ही रात तुसीं कथा सुनी, जिहड़े लोग किरत छड्ड दिंदे ने वो भी बीमार हो जाते हैं।
और किरत करने ਲਈ तंदुरुस्त होना जरूरी है। तंदुरुस्त रहने वास्ते भी काम करना जरूरी है, पर शर्त एक है, तेरी किरत सच्ची सुच्ची होनी चाहिए। ਉਹਦੇ ਵਿੱਚ ਬੇਈਮਾਨੀ ਧੋਖਾ ना करी। मैं ऐसे सरदारां दे दर्शन कीते ने जिन्हां दुकानां ते फिक्स लिख के ला दिता है भी आही रेट है, कोई आ जाए किसी नाल कोई धोखा नहीं, अनजान आ जाए, जानकार आ जाए, बच्चा आ जाए, बुढ़ा आ जाए, फिक्स रेट है। कादे वास्ते? ये नहीं कि एक नूं 400 का ला दिता ते दूजा अनजान आ गया उन्होंने 1200 का ला दिता, इस तरह नहीं। जिन्हें कुछ कमाना है उन्हें अपना मार्जिन रख के फिक्स लिख दिता है। खैर धंधा माड़ा नहीं, पर नाल धर्म याद होना चाहिए। जिहड़ी पौड़ी मैं तुहाडे समक्ष रख रहा सी, अमीरी विच भी, धंधे विच भी, पैसे विच भी कोई भगत हो सकता है। भाई गुरदास साहब ने जिक्र किया, सब तो वड्डा भगत राजा होया। किहड़ा भगत वड्डा राजा? जनक है। गुरमुख माया विच उदासी, राजा होके भी भगत, माया विच उदास। अगे हुण सुनियो, जिहदे बारे कईयां नूं भुलेखा अगे किहड़ा कुछ है जी, सारियां गल्लां तुसीं साइंस नाल जोड़ के धर्म की व्याख्या नहीं कर सकते। भगत वड्डा राजा जनक है, गुरमुख माया विच उदासी। देव लोक नूं चलिया मरण तो बाद, गण गंधर्व सभा सुख वासी। ते जदों गया उदों फिर देखिया कि जमपुर गया पुकार सुन, बिल लावण जी नरक निवासी। जीव नरकां विच विरला रहे ने, लेखा देण लई कतारां लगियां ने। एक दिन विच लखां बंदे अज भी धरती तो मरदे ने पूरे वर्ल्ड विच। वो कतार विच लेखा देण लई रो रहे ने, बिरलाप कर रहे ने। जनक ने पुछ लिया धर्मराज नूं, ये क्यों रो रहे ने? कहना जी पाप करके आए ने, नाम जपिया ही नहीं, लेखा देण लई खड़े ने, हुण टेढ़ियां जूनां च पै रहे ने। उन्हां जूनां च पैणा जिन्हां च बिंग कसाईयां दा सहना पैणा। बिंग कसाईयां ਉਹਦੀ किते व्याख्या वक्त आया ते आपां जरूर करांगे। बड़ा भयानक दुख है। कहंदे ने राजे जनक ने पुछ लिया की होया इन्हां नूं? कहंदे जी लेखा देण तो हुण रोंदे ने। विल लावन जी नरक निवासी, धर्म राय नो आखे उन। दया आ गई जनक राजे नूं। वो भगत ने की कहा, छड्ड दे विचारियां नूं, काहनूं दुखी करदा, मुक्त कर दे। धर्म राय नो आख्यो न, सबना दी कर बंद खलासी। करे बेनती धर्म राय। धर्म राय की कहंदा है, हो सेवक ठाकुर अविनासी। मैं तो नौकर है जी, सेवक हाँ। ये तो मालक नूं पता है, जे नहीं नाम नहीं जपिया तो इदां ही होएगा। मैं थोड़ी मुक्त कर सकदा, मैं तो ड्यूटी दे रहा। ये तो हुक्म मालक दा है। हो सेवक ठाकुर अविनासी। फिर पूछया जनक ने, कहना फिर तरीका की है इन्हां नूं छुड़ाउण दा? कहने जी नहीं नाम ही नहीं जपिया। तो कहने जे मैं अपने जपे नाम भगती दा इन्हां नूं गहणे रखदा, किन्ने क बंदे छड्ड देंगा? कुछ चीजां गहणे रख के भी छड़ाइयां जांदियां ने। किसी दी जमानत दे दिओ, भावें माफ करिओ, 302 का भी परचा होवे, 307 का भी होवे, लोग महंगी तो महंगी जमानत दे के बंदा छड़ा लेंदे ने। अज जदों राजे जनक ने कहा 10 जमानत दे दा, फिर कहने जी अपनी भगती दी दे सकते हो? कहना रख दिंदा। गहने धरे उन्हें एक नाम, सबना दी कर बंद खलासी। आल रब दा नाम जिन्ना मैं जपिया रखता, किन्ने बंदे छड्डदा छड्ड दे। कहने फिर तोलना शुरू होया, पासंग पाप ना पुजनी। जिधर नाम रखिया उधरला तक्कड़ हिलिया नहीं। एक एक करके उस दिन दे लखां बंदे जिहड़े आए वो मुक्त होने शुरू हो गए। धर्मराज मुक्त करदा रहा। इधरों गहने रखिया नाम दा जिहड़ा पलड़ा सी वो तक्कड़ हिलिया नहीं, पांसकू भी नहीं होया। पांसकू दा अर्थ हुंदा माड़ा जिहा उधर भार रख के हिलाउणा।
पासंग पाप ना पुजनी, गुरमुख नाओ, गुरु का दिता नाम अतुल, ना तुलासी, अतुल है, ओनू तोलिया नहीं जा सकता, नाम नाल मुक्त हो सकता। गुरमुख नाओ अतुल ना तुलासी, भाई अतुल है ना ओनू तोलिया जा सकता है। मुक्त जुगत ना वैदी दासी, मुक्त जुगत सब कुछ नाम दे दास। ताइयों साहब ने कहा भाई उठदे सार जपया कर सतनाम श्री। श्री गुरु रामदास महाराज का हुक्म है, गुर सतगुर का जो सिख खाए सो भलके उठार, नाम ते आवे। अज हुण भट्ट साहबान कहते महाराज किहड़ी उपमा करिए, किवें तुहानूं सिमरिए, किवें तुहाडी महिमा करिए, किहड़ी चीज नाल तशबीह दईए। फिर जवाब की कोई चीज ओ की, एक मुख रसना रसो जुग जोर कर। जुग दा अर्थ दो, कहंदे दोवें हाथ जोड़ के रसना तो भाव जीभा तो ध्यान धर के जपो धन गुरु रामदास जी। धन गुरु रामदास जी ध्यान धर के जेबा नाल हाथ जोड़ के जपो सतनाम श्री वाहिगुरु। यही उपमा है गुरु दी, होर नहीं कोई चीज। अगे क्या, फुन मन बच क्रम जान, अनंत दूजा नामान। नाम सो अपार सार दीनो गुर रिद धर। मन करके, बचना करके, कर्मा करके, होर दूजा कोई होर नहीं। अकाल पुरख वाहिगुरु दा नाम जप वो अपार है, श्रेष्ठ है। जे गुरु रामदास महाराज नूं जपेगा वो अपार श्रेष्ठ नाम गुरु तेरे हिरदे विच धर देगा। तेरे मन हिरदे विच शब्द दा टका हो जाएगा। जदों शब्द टिक गया फिर उन्हें उगना, उन्हें फिर वधना। बीजी हुई चीज वधदी है, पर शर्त एक है, मन हाली किरसानी करनी, श्रम पानी तन खेत नाम बीज संतोख सुहागा। रख गरीबी वेस, ओदे उत्ते संतोख दा सुहागा मारी, गरीबी दा वेस रखी। ये जपिया नाम बढ़ेगा तेरा, और लोक विच भी कम आएगा, अगे भी कम आएगा। नल कव पारस परस कच कंचना, होए चंदना सुबास जास। कवि नल साहब कहंदे वो गुरु गुरु जपदे, धन गुरु रामदास जपदे, तू इस तरह है जिवें पारस नूं परस लएगा। आम लोहा मनूर भी कंचन हो जाता है। लोहो होयो लाल नदर सतगुर जतार। तो कंचन हो जाएगा, तो वो चंदन दी सुवास पास वर्गा हो जाएगा। जिवें आम रुख भी चंदन दे कोल खुशबू वाला हो जाता है। कादे नाल सिमरत अंतर। अकाल पुरख वाहिगुरु दा दिता नाम सिमर, तू इस तरह श्रेष्ठ हो जाएगा, तू उच्चा हो जाएगा। जाके देखत द्वारे, गुरु रामदास महाराज दा दर दर्शन कीते। काम क्रोध ही निवारे, तेरे अंदरों काम क्रोध की निवृत्ति हो जाएगी, तू विकारां तो बच जाएगा। गुरु रामदास साहब दे दर उत्ते जांदियां ये विकार मिट जांदे ने। फिर जी करके हिरदे करके की कहे, जी हो बल बल जाओ सतगुर साचे नाम पर। अपने सतगुर दे सच्चे नाम तो बलिहार जा, कुर्बान जा। उठद्या बहद्या तुरद्या फिरद्या जप सतनाम श्री वाहिगुरु, ओनू सिमरिया कर। अज कलगीधर दशमेश पिता सतगुरु गुरु गोबिंद सिंह महाराज नासरो मंसूर पातशाह का ज्योति जोत पुरब है। नदेड़ साहब की पावन धरती ते सतगुर जी के शरीर का अंतिम समा आया। गुरप्रताप सूरत ग्रंथ में लिखिया है, जदों महाराज नदेड़ साहब आए ना, तो उत्थों दे रहन वाले राजे ने इस गल का दावा किया, जी ये जगह साडी है, सानू पुछे बगैर इत्थे किवें डेरा ला लिया। पातशाह ने कहा, भाई तेरी किवें है? जिहड़ा उस रियासत का वड्डा राजा सी, उहदी कचहरी विच केस चला गया कि जी इस इलाके का नदेड़ का चौधरी कहंदा वे जगह साडी है। तो गुरु गोबिंद सिंह महाराज सच्चे पातशाह ने उत्थे डेरा कर लिया। उन्हें शिकायत की, चौधरी ने छोटे राजे ने वड्डे राजे के दरबार में, जिवें एक स्टेट का राजा सुप्रीम कोर्ट में केस ला दिया।
कि जी मेरे स्टेट उत्ते इन्हें कब्जा कर लिया, निरीखण वास्ते बंदे कले। पातशाह ने कहा दसो कदों तो तुहाडी जगह है? उन्होंने कहा जी मेरा प्यो दादा ते परदादा राज करते रहे ने। तो बादशाह ने कहनू पुछो भाई वे कोई गवाही दे सकता है? तो 100 साल की उम्र तो वड्डा एक बजुर्ग लिया गया, उन्हें गवाही दी जी मैं इहदा दादा भी वेख्या राज करदा, प्यो भी वेख्या, ते तीजी पीढ़ी ये है। 3 पीढ़ियां का राज तो मैं वेख्या भी इन्हां दा राज है इत्थे। कलगीधर पातशाह ने कहा चलो जे इदां ही फिर सिद्ध करना है इसे तरह सिद्ध कर लो। जे तुसीं कहंदे हो 3 पीढ़ियां 100 सवा 100 साल तो वेख्या, जे इतों भी पहलां दा दिखा दईए। हुण सतगुरु तो समर्थ ने, गुरु तो रब है। जदों कि इस तो भी पहला विखा दिओ, कहंदे जी फिर तुसीं अपनी निशानी कोई विखा दिओ। जिहड़ी जगह ते तख्त साहिब सुशोभत है उस जगह तो हजूर ने कहा जगह पट्टो। तुसीं 1 सदी कहंदे हो, असीं सदियां पुरानी निशानी इत्थों दिखा दिंने साडी जगह। उत्थों पातशाह ने जिहड़ियां चीजां प्रगट कीतियां उस जगह ते दिखाइयां, दसो भाई ये निशानी साडी, आ चीजां पट्टो निकलणगियां। वो सब कुछ मिलिया। फिर अखीर उन्हें चुक के कहा पातशाह कली इन्नी नदेड़ दी धरती नहीं, सारी धरती तुहाडी है। जदों पातशाह ने अमृत दृष्टि पाई, पूरा गुर अखियो झाका मंत्र, अमृत दृष्टि पेखे हुए संत, ओहियो दावा करने वाला बंदा कहंदा महाराज कला नदेड़ नहीं पातशाह सारी धरती तुहाडी है। अज दशमेश पिता कलगीधर पातशाह का उत्थे स्थान है। सतगुरु गुरु गोबिंद सिंह महाराज जी ने अज तो साध संगत आप 3 दिन पहला वो गुरपुरब मनाया है। आदि साहब श्री गुरु ग्रंथ साहब महाराज जी का प्रकाश करके पातशाह ने पंथ नूं हुक्म करके कहा आग्या भई अकाल की तवे चलायो पंथ, सब सिखन को हुक्म है गुरु मान्यो ग्रंथ। एक नुकता नोट कर लियो, शरीर ते आत्मा 2 चीजां काम करदियां ने, तुसीं पढ़े लिखे बैठे हो। आत्मा शरीर तो कम लै सकती है, आत्मा शरीर तो कम कराउंदी है। और साध संगत आत्मा तो बगैर शरीर किसे काम दा नहीं। आत्मा निकल जाए शरीर किस काम दा? तुझे बिना हो कित ही ना लिखै, बचन दे छोड़ ना जासा है। उत्थे अर्थ ही ये ने, आत्मा ते शरीर गल करदे ने, आत्मा तो बगैर शरीर लिखे दा नहीं, किसे काम दा नहीं। पर शरीर जिहड़ा है, आत्मा तो बगैर शरीर कोई काम नहीं कर सकता। आत्मा कली जिहड़ी है वो शरीर तो काम करा सकती है, शरीर आत्मा तो नहीं करा सकता कुछ। जिन्नी देर शरीर विच आत्मा है उन्नी देर साध संगत शरीर दा मुल है, शरीर दी कीमत है। ये याद रखियो, कलगीधर पातशाह ज्योति जोत समाउण तो पहला ये गल कह गए। अज दे दिन हजूर ने कहा मेरा शरीर पंथ विच है, मेरी आत्मा ग्रंथ विच है। पर सिखा याद रखी, पंथ उन्नी देर ही दुनिया विच शोभा पाएगा जिन्नी देर गुरु ग्रंथ दा उपदेश नाल लेके चले। इनू फिर नुकता ध्यान नाल समझ। शरीर शोभा कदों पाउंदा है? जे आत्मा विच है। आत्मा निकल जाए शरीर तो डर आउण लग पैंदा है। 4 घंटिਆਂ 'ਚ लोग जमा करा दिंदे लालच लिया के, घर थोड़ी रखते ने, डर आउंदा है। शोभा कदों पाउंदा है? जे आत्मा विच है। हजूर ने कहा मेरा शरीर पंथ विच है पर आत्मा ग्रंथ है। वो सिखो याद रखियो, जिदन पंथ ग्रंथ नूं भुल जाएगा उदन पंथ शोभा पाउणों हट जाएगा। तू ग्रंथ नूं याद रखी, ग्रंथ तो बगैर तेरी शोभा नहीं होएगी। ये याद रखियो साध संगत, जेड़ा गुरु ग्रंथ दा उपदेश भुल जाए वो शरीर शोभा नहीं पा सकता। अज जे पंथ की चढ़ती कला है जां चढ़ती कला रहेगी वो श्री गुरु ग्रंथ साहब महाराज गुरु की आत्मा करके है। गुरु ग्रंथ साहब महाराज का उपदेश कदे ना भुलीए। साहब की इको गल मैं कहनी है, ध्यान नाल सुनियो। जे तू भै रखेगा गुरु ग्रंथ साहब का थोड़े प्रयास नाल भी मुक्त हो जाएगा। साहब ने कहा जे डर भै ना रखिया तो मैं तेनू लिख के दिना, तू जिन्ना मर्जी बाहरों सजिया रही, लोग तेनू जो मर्जी कही जान, मेरी नजर विच तू सिख नहीं है। तू अखवाई जा अपने आप नूं,
ਲਿਖਣ ਨੂੰ ਕੀ ਹੁੰਦਾ ਹੈ? ਦਰਜੇ ਮਿਲ ਜਾਂਦੇ ਨੇ, ਡਿਗਰੀਆਂ ਮਿਲ ਜਾਂਦੀਆਂ ਨੇ, ਬਹੁਤ ਕੁਝ ਦੁਨਿਆਵੀ ਤੌਰ ਤੇ ਮਿਲ ਜਾਂਦਾ ਹੈ, ਪਰ ਗੁਰੂ ਦੀ ਨਜ਼ਰ ਵਿੱਚ ਤੂੰ ਸਿੱਖ ਨਹੀਂ ਜੇ ਗੁਰੂ ਦਾ ਭੈ ਨਹੀਂ ਰੱਖਦਾ। ਪੰਕਤੀ ਪੜੋ, ਜੋ ਸਿੱਖ ਗੁਰਬਾਣੀ ਭੈ ਕਰੇ, 10ਵੇਂ ਪਾਤਸ਼ਾਹ ਦਾ ਹੁਕਮ ਹੈ, ਜੋ ਸਿੱਖ ਗੁਰਬਾਣੀ ਭੈ ਕਰੇ, ਬਿਨ ਪ੍ਰਯਾਸ ਭਵ ਸਾਗਰ ਤਰੈ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਤੂੰ ਗੁਰੂ ਦਾ ਸਿੱਖ ਨਹੀਂ। ਜਿੱਦਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਘਰ ਲਿਆਉਣਾ, ਬੜਾ ਅਦਬ ਕਰਦਾ, ਤੇਲ ਵੀ ਚੋਣਾ, ਤੇ ਜਿੱਦਣ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਵਿਦਿਆ ਕਰਨਾ, ਤੂੰ ਰਿਸ਼ਤੇਦਾਰਾਂ ਚ ਗਵਾਚਿਆ ਰਹਿੰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵਿਦਿਆ ਕਰਨ ਵੀ ਨਹੀਂ ਜਾਂਦਾ, ਫਿਰ ਯਾਦ ਰੱਖੀ ਕਿੰਨਾ ਕੁ ਭੈ ਅਦਬ ਹੈ। ਕਿਸੇ ਰਿਸ਼ਤੇਦਾਰ ਨੂੰ ਗੇਟ ਤੱਕ, ਗੱਡੀ ਤੱਕ ਸੀ ਆਫ ਕਰਨਾ ਨਾ ਜਾਈਏ, ਉਹ ਕਹਿੰਦਾ ਰਿਸਪੈਕਟ ਨਹੀਂ ਕੀਤੀ। ਤੇ ਤੁਸੀਂ ਚਿੱਤ 'ਚ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਘਰੋਂ ਵਿਦਿਆ ਕਰਨ ਲੱਗਿਆ ਕਿੰਨਾ ਅਦਬ ਕਰਦੇ ਹੋ। ਇਹ ਅਦਬ ਜ਼ਰੂਰ ਕਰੋ, ਇਹ ਨਾ ਚਿੱਤ 'ਚ ਲਿਆਓ ਰਿਸ਼ਤੇਦਾਰ ਰੁੱਸ ਜਾਣਗੇ। ਉਹ ਕੋਈ ਨਹੀਂ ਰੁੱਸਦਾ, ਰੁੱਸਦੇ ਰੁੱਸ ਜਾਣ, ਤੁਹਾਡੇ ਨਾਲ ਗੁਰੂ ਨਹੀਂ ਰੁੱਸਣਾ ਚਾਹੀਦਾ। ਇਹ ਗੁਰੂ ਅੱਗੇ ਅਰਦਾਸ ਕਰਿਓ, ਦਾਤਾ ਸਾਨੂੰ ਭੈ ਅਦਬ ਤੇ ਸਤਿਕਾਰ ਬਖਸ਼ਿਸ਼ ਕਰੋ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦਾ ਜੋਤੀ ਜੋਤ ਪੁਰਬ ਮਨਾਉਂਦੇ ਆ, ਅਰਦਾਸ ਕਰੀਏ ਕਲਗੀਧਰ ਪਾਤਸ਼ਾਹ ਜੋ ਤੁਸੀਂ ਕਿਹਾ ਕਿਰਪਾ ਕਰੋ ਅਸੀਂ ਕਮਾ ਸਕੀਏ, ਸਾਡੇ ਅੰਦਰ ਭੈ ਅਦਬ ਬਖਸ਼ਿਸ਼ ਕਰੋ, ਅਸੀਂ ਕਮਾ ਸਕੀਏ। ਜਾਗਤ ਜੋਤ ਜਪੈ ਨਿਸਵਾਸਰ, ਇੱਕ ਬਿਨਾ ਮਨ ਨਹਿਕ ਨ ਅੰਨੈ, ਪੂਰਨ ਪ੍ਰੇਮ ਪ੍ਰਤੀ ਸਜੈ व्रत ਗੋਰ ਮੜੀ ਮਠ, ਭੂਲ ਨ ਮਾਨੈ ਤੀਰਥ ਦਾਨ ਦਇਆ ਤਪ ਸੰਜਮ, ਇੱਕ ਬਿਨਾ ਨੇ ਇੱਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੈ। ਆਓ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰ ਵਿੱਚ ਇੱਕ ਵਾਰ ਸਾਰੇ ਪਿਆਰ ਨਾਲ ਪੜੋ। ਸਮੂਹ ਸੰਗਤਾਂ ਦਾ ਧੰਨਵਾਦ, ਸਮੁੱਚੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਤਿਗੁਰੂ ਆਪਣਾ ਸਾਰਿਆਂ ਤੋਂ ਸੇਵਾ ਲੈਣ, ਸਮੂਹ ਸਾਧ ਸੰਗਤ ਦਾ, ਪ੍ਰਬੰਧ ਦਾ, ਮੈਨੇਜਮੈਂਟ ਦਾ ਧੰਨਵਾਦ, ਸਿੰਘ ਸਾਹਿਬ ਜੀ ਦਾ ਧੰਨਵਾਦ, ਆਪ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ, ਕਰੋੜਾਂ ਵਾਰ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦਾ, ਜੋ ਤਰੁੱਟ ਕੇ ਬਖਸ਼ਿਸ਼ਾਂ ਕਰਦੇ ਨੇ। ਜਿਨ੍ਹਾਂ ਸੰਗਤਾਂ ਨੇ ਅੱਜ ਦੇ ਸਮਾਗਮ ਲਾਏ ਸੀ, ਮੈਂ ਮਾਫੀ ਚਾਹੁੰਦਾ, ਸਿਹਤ ਨਾ ਠੀਕ ਹੋਣ ਕਰਕੇ ਹਾਜ਼ਰੀ ਨਹੀਂ ਭਰ ਸਕਾਂਗਾ। ਸਭ ਦਾ ਧੰਨਵਾਦ। ਇੱਕ ਵਾਰ ਪਿਆਰ ਦੇ ਨਾਲ ਸਾਰੇ ਮਿਲ ਕੇ ਕਹੋ, ਐਸੇ ਗੁਰ ਕੋ ਵਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ, ऐसे गुर को वल बल जाइए, आप मुकत मोह तारे, ऐसे गुर को आप मुकत, तकड़े होके पढ़ो, ऐसे गुर को वल बल आप मुकत, अखो सतनाम श्री वाहिगुरु नरपत नारायण नमस्कार, ऐसे गुर को बल बल जाइए, आप मुकत मोहितार है। भुल चुक दी खिमा बख्शनी, गज के फतेह बुलाओ। वाहिगुरु जी का खालसा, वाहिगुरु जी की फतेह।